ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਹਰਜੋਤ ਸਿੰਘ ਆਪਣੇ ਟਰੂ ਪ੍ਰਮੋਸ਼ਨ ਚੈਨਲ ਤੇ ਅੱਜ ਇੱਕ ਸਪੈਸ਼ਲ ਗੈਸਟ ਲੈ ਕੇ ਆਏ ਨੇ। ਸਾਰੀਆਂ ਸੰਗਤਾਂ ਦੇ ਰੂਬਰੂ ਕਰਾਵਾਂਗੇ ਤੇ ਅੱਜ ਅਸੀਂ ਉਹਨਾਂ ਦੇ ਤਜਰਬੇ ਜੋ ਲਾਈਫ ਦੇ ਵਿੱਚ ਉਹਨਾਂ ਨੇ ਐਕਸਪੀਰੀਐਂਸਸ ਲਏ ਨੇ ਕੀਰਤਨ ਫੀਲਡ ਦੇ ਵਿੱਚ, ਅੱਜ ਆਪਾਂ ਉਹਨਾਂ ਤੋਂ ਸਾਰਿਆਂ ਤੋਂ ਜਾਣੂ ਕਰਾਵਾਂਗੇ। ਤੇ ਅਸੀਂ ਵੈਲਕਮ ਕਰਦੇ ਹਾਂ ਸਾਡੇ ਬਹੁਤ ਹੀ ਸਤਿਕਾਰਤ ਰਾਗੀ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਸਾਰੰਗ USA ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਹੋਣਾ ਬਾਰੇ ਥੋੜਾ ਜਿਹਾ ਜ਼ਿਕਰ ਕਰੀਏ ਕਿ ਇਹ ਜਿੱਥੇ ਕਿ ਭਾਰਤ ਦੇ ਵਿੱਚ, ਇੰਡੀਆ ਦੇ ਵਿੱਚ ਇਹਨਾਂ ਨੇ ਆਪਣੇ ਕੀਰਤਨ ਦੇ ਨਾਲ ਸਿੱਖ ਸੰਗਤਾਂ ਨੂੰ ਨਿਹਾਲ ਕੀਤਾ ਹੈ। ਅੱਜ ਕੱਲ੍ਹ ਇਹ ਕੀਰਤਨ ਦੀ ਸੇਵਾ USA ਵਿੱਚ ਕਰ ਰਹੇ ਨੇ। ਸੋ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਇਹਨਾਂ ਨੇ ਸਾਨੂੰ ਟਾਈਮ ਦਿੱਤਾ। ਆਓ ਜਾਣਦੇ ਹਾਂ ਇਹਨਾਂ ਦੇ ਲਾਈਫ ਦੇ ਤਜਰਬੇ, ਜਿਹੜੇ ਕਿ ਇਹਨਾਂ ਦੇ ਨਾਲ ਤੇ ਹੋਰ ਸਿੱਖ ਸੰਗਤਾਂ ਦੇ ਨਾਲ ਇਹਨਾਂ ਦੇ ਕੀ ਐਕਸਪੀਰੀਅੰਸ ਰਹੇ ਨੇ। ਆਓ ਜਾਣਦੇ ਹਾਂ। ਭਾਈ ਸਾਹਿਬ ਜੀ, ਆਪ ਜੀ ਦਾ ਜਿਹੜਾ ਜਨਮ ਉਹ ਕਿਹੜੀ ਥਾਂ ਤੇ ਹੋਇਆ ਸੀ? ਹਾਂਜੀ, ਮੇਰਾ ਜਨਮ ਰਸੂਲਪੁਰ ਕਲਾਂ ਅੰਮ੍ਰਿਤਸਰ ਦੇ ਵਿੱਚ ਮੇਰੇ ਨਾਨਕੇ ਪਿੰਡ 1973 ਦੇ ਵਿੱਚ ਹੋਇਆ ਸੀ ਜੀ। ਜੀ। ਸੋ ਜਿਵੇਂ ਕਿ ਕੀਰਤਨ ਦੇ ਵਿੱਚ ਤੁਸੀਂ ਆਪਣੇ ਸਾਰੀ ਹੀ ਲਾਈਫ ਦੇ ਵਿੱਚ ਕੀਰਤਨ ਦੀ ਸੇਵਾ ਕੀਤੀ ਹੈ, ਕੋਈ ਫੈਮਿਲੀ ਦੇ ਵਿੱਚ ਵੀ ਕੋਈ ਪਰਸਨ ਸੀ ਜਿਹੜੇ ਕੀਰਤਨ ਦੇ ਨਾਲ ਜੁੜੇ ਹੋਏ ਸੀ? ਹਾਂਜੀ, ਇਹ ਜਿਹੜੀ ਦਾਤ ਮੈਨੂੰ ਕੀਰਤਨ ਦੀ ਮਿਲੀ ਹੈ ਜੀ, ਇਹ ਮੇਰੇ ਪਿਤਾ ਜੀ ਪਾਸੋਂ ਇਹ ਦਾਤ ਮੈਨੂੰ ਮਿਲੀ ਹੈ। ਮੇਰੇ ਪਿਤਾ ਜੀ ਵੀ ਪੰਥ ਦੇ ਮਹਾਨ ਕੀਰਤਨੀਏ ਰਹੇ ਨੇ, ਭਾਈ ਕਿਸ਼ਨ ਸਿੰਘ ਸਾਰੰਗ ਜੀ ਜੀ, ਜਿਨ੍ਹਾਂ ਨੇ ਕੀਰਤਨ ਦੀ ਵਿਦਿਆ ਪੰਥ ਦੇ ਮਹਾਨ ਕੀਰਤਨੀਏ ਜਿਹੜੇ ਨਨਕਾਣਾ ਸਾਹਿਬ ਵਾਲੇ ਭਾਈ ਪਾਲ ਸਿੰਘ ਜੀ, ਉਹਨਾਂ ਜੀ। ਪਾਸੋਂ ਪ੍ਰਾਪਤ ਕੀਤੀ। ਜੀ। ਉਹਨਾਂ ਤੋਂ ਅੱਗੇ ਸਾਨੂੰ ਪ੍ਰਾਪਤ ਹੋਈ। ਮਤਲਬ ਦੇਖਿਆ ਜਾਵੇ ਤੇ ਕੀਰਤਨ ਦੀ ਜਿਹੜੀ ਦਾਤ ਹੈ ਪਰਮਾਤਮਾ ਵੱਲੋਂ ਤੁਹਾਨੂੰ ਆਪਣੇ ਘਰ ਦੇ ਵਿੱਚ ਹੀ ਮਿਲੀ। ਹਾਂਜੀ, ਇਹ ਦਾਤ ਸਾਨੂੰ ਆਪਣੇ ਘਰ ਦੇ ਵਿੱਚੋਂ ਹੀ ਮਿਲੀ। ਜੀ। ਤੇ ਭਾਈ ਸਾਹਿਬ ਜੀ, ਕਿੰਨੀ ਕੁ ਏਜ ਹੋਏਗੀ ਜਦੋਂ ਤੁਸੀਂ ਪਹਿਲੀ ਸਟੇਜ ਆਪਣੇ ਫਾਦਰ ਸਾਹਿਬ ਨਾਲ ਆਈ ਜਾਂ ਕੀਰਤਨ ਦੇ ਵਿੱਚ ਜਦੋਂ ਸ਼ੁਰੂਆਤ ਕੀਤੀ? ਜਿੱਥੋਂ ਤੱਕ ਮੈਨੂੰ ਯਾਦ ਹੈ, ਜੀ। ਮੈਂ 13 ਕੁ ਸਾਲ ਦਾ 12-13 ਸਾਲ ਦਾ ਸੀ ਜਦੋਂ ਮੈਂ ਆਪਣੇ ਪਿਤਾ ਜੀ ਨਾਲ ਤਬਲੇ ਦੀ ਨਾਲ ਸੇਵਾ ਕਰਦਾ ਹੁੰਦਾ ਸੀ ਕੀਰਤਨ ਦੀ। ਓਕੇ। ਤੇ ਇੰਨਾ ਕੁ ਮੈਨੂੰ ਯਾਦ ਹੈਗਾ। ਤੇ ਮਤਲਬ ਸ਼ੁਰੂਆਤ ਤੁਹਾਡੀ ਤਬਲੇ ਤੋਂ ਹੋਈ? ਹਾਂਜੀ, ਮੈਂ ਪਹਿਲਾਂ ਤਬਲਾ ਹੀ ਸਿੱਖਿਆ। ਜੀ ਪਹਿਲਾਂ ਤਬਲੇ ਦੀ ਸਿਖਲਾਈ ਹੋਈ ਮੇਰੀ। ਜੀ। ਉਸ ਤੋਂ ਬਾਅਦ ਫਿਰ ਮੈਂ ਅੱਗੇ ਕੀਰਤਨ ਦੇ ਵਿੱਚ ਸਿਖਲਾਈ ਕੀਤੀ। ਫਾਦਰ ਸਾਹਿਬ ਕੋ ਕਿੰਨੀ ਕੁ ਦੇਰ ਸਿੱਖਣ ਦਾ ਮੌਕਾ ਮਿਲਿਆ ਤੁਹਾਨੂੰ? ਬਚਪਨ ਤੋਂ ਹੱਥ ਤੇ ਤਬਲੇ ਤੇ ਉਹਨਾਂ ਨੇ ਰਖਾਇਆ ਸੀ ਜੀ। ਤੇ ਕਾਫੀ, ਮੈਂ ਜਦੋਂ 13-14 ਸਾਲ ਦਾ ਸੀ, ਮੈਂ ਕਿਹਾ 15 ਸਾਲ ਦਾ ਸੀ ਜਦੋਂ, ਜੀ। ਉਦੋਂ ਤੱਕ ਮੈਂ ਉਹਨਾਂ ਨਾਲ ਕੀਰਤਨ ਦੀ ਸੇਵਾ ਕੀਤੀ, ਕਿਉਂਕਿ ਉਦੋਂ ਉਹਨਾਂ ਦਾ ਫਿਰ ਚੜ੍ਹਾਈ ਕਰ ਗਏ ਸੀ ਉਹ। ਜੀ। ਹਾਂਜੀ। ਮਤਲਬ ਫੈਮਿਲੀ 'ਚ ਸਭ ਤੋਂ ਵੱਡੇ ਤੁਸੀਂ ਹੋ? ਹਾਂਜੀ, ਮੈਂ ਫੈਮਿਲੀ 'ਚ ਵੱਡਾ ਹਾਂ। ਮਤਲਬ ਉਹ ਜ਼ਿੰਮੇਵਾਰੀ ਫਿਰ ਸਾਰੀ ਜਿਹੜੀ ਕਿ ਘਰ ਦੀ ਬਾਹਰ ਦੀ ਤੁਹਾਡੇ ਸਿਰ ਤੇ ਜ਼ਿੰਮੇਵਾਰੀ ਪੈ? ਹਾਂਜੀ, ਮੈਂ ਤੇ ਮੇਰਾ ਛੋਟਾ ਬ੍ਰਦਰ ਰਾਜਪਾਲ ਸਿੰਘ ਜੀ। ਜਿਹੜਾ ਅੱਜ ਕੱਲ੍ਹ ਮੇਰੇ ਨਾਲ ਸਹਾਇਕ ਰਾਗੀ ਹੈ, ਜੀ। ਅਸੀਂ ਦੋਨਾਂ ਨੇ ਤੇ ਫਿਰ ਇਹ ਮਤਲਬ ਜ਼ਿੰਮੇਵਾਰੀ ਪੈ ਗਈ ਸੀ। ਇਹ ਪਰਿਵਾਰ ਦੇ ਵਿੱਚ ਭਾਈ ਸਾਹਿਬ ਜੀ ਹੋਰ ਕਿਹੜੇ-ਕਿਹੜੇ ਸੰਗੀਤ ਨਾਲ ਜਾਂ ਕੀਰਤਨ ਦੇ ਨਾਲ ਤੁਹਾਡੇ ਭੈਣ ਭਰਾ ਜੁੜੇ ਹੋਏ ਨੇ, ਉਹਨਾਂ ਬਾਰੇ ਥੋੜਾ ਜਿਹਾ ਚਾਨਣਾ ਪਾਓ। ਇਸ ਤਰ੍ਹਾਂ ਹੈ ਵੀ ਅਸੀਂ 3 ਭਰਾ ਹਾਂ, ਜੀ। 2 ਭੈਣਾਂ, ਸਾਰੇ ਹੀ ਸੰਗੀਤ ਨਾਲ ਜੁੜੇ ਹੋਏ ਨੇ। ਮੇਰੇ ਛੋਟੇ ਬ੍ਰਦਰ ਭਾਈ ਰਾਜਪਾਲ ਸਿੰਘ ਜਿਹੜੇ ਮੇਰੇ ਨਾਲ ਸਹਾਇਕ ਰਾਗੀ ਨੇ, ਜੀ। ਉਹ ਵੀ ਬਹੁਤ ਅੱਛੇ ਗਾਇਕ ਨੇ। ਜੀ। ਤੇ ਉਸ ਤੋਂ ਬਾਅਦ ਮੇਰੀਆਂ ਭੈਣਾਂ ਜਿਹੜੀਆਂ, ਉਹਨਾਂ ਨੇ ਸੰਗੀਤ ਵਿੱਚ MA ਕਰਕੇ ਵੋਕਲ MA ਕੀਤੀ ਉਹਨਾਂ ਨੇ। ਜੀ। ਮਤਲਬ ਸਾਰੇ ਸੰਗੀਤ ਦੇ ਨਾਲ ਜੁੜੇ ਹੋਏ ਨੇ। ਸਾਰੇ। ਮੇਰੇ ਛੋਟਾ ਬ੍ਰਦਰ ਜਿਹੜਾ ਵਿਕਰਮਪਾਲ ਸਿੰਘ ਤਬਲੇ ਤੇ ਸੀ, ਉਹ ਵੀ ਮਿਊਜ਼ਿਕ MA ਸੀ। ਜੀ। ਉਹਨਾਂ ਨੇ ਵੀ ਮਿਊਜ਼ਿਕ ਦੀ MA ਕੀਤੀ ਹੋਈ ਸੀ। ਦੇਖਿਆ ਜਾਵੇ ਤੇ ਤਕਰੀਬਨ ਸਾਰੇ ਹੀ ਪੜ੍ਹੇ ਲਿਖੇ ਐਜੂਕੇਟਿਡ ਹਾਂਜੀ। ਸੰਗੀਤ ਦੇ ਨਾਲ ਜੁੜੇ ਨੇ, ਖਾਸ ਤੌਰ ਤੇ ਕੀਰਤਨ ਦੇ ਨਾਲ ਜੁੜੇ ਨੇ। ਹਾਂਜੀ। ਤੇ ਭਾਈ ਸਾਹਿਬ ਜੀ, ਮੈਂ ਇੱਕ ਹੋਰ ਪੁੱਛਣਾ ਚਾਹਾਂਗਾ ਕਿ ਜਿੱਦਾਂ ਤੁਸੀਂ ਦੱਸਿਆ ਕਿ ਫਾਦਰ ਸਾਹਿਬ ਦੀ ਚੜ੍ਹਾਈ ਕਰ ਜਾਣ ਦੇ ਨਾਲ ਤੁਹਾਨੂੰ ਘਰ ਦੇ ਵਿੱਚ ਮਾਤਾ ਜੀ ਦਾ ਕੀ ਸਹਿਯੋਗ ਮਿਲਿਆ? ਇਹ ਸਾਰਾ ਸਹਿਯੋਗ ਤੇ ਉਹਨਾਂ ਦਾ ਹੀ ਹੈ, ਜੀ। ਜਿਹੜਾ ਕਿ ਅਸੀਂ ਅੱਜ ਇਸ ਕੀਰਤਨ ਲਾਈਨ ਦੇ ਵਿੱਚ, ਇਸ ਕੀਰਤਨ ਦੀ ਦਾਤ ਜਿਹੜੀ ਸਾਨੂੰ ਮਿਲੀ ਸੀ, ਇਹ ਫਿਰ ਉਹਨਾਂ ਨੇ ਅੱਗੇ ਸੰਭਾਲੀ। ਜੀ। ਉਹਨਾਂ ਨੇ ਇਸ ਪਾਸੇ ਜੋੜ ਕੇ ਰੱਖਿਆ, ਕਿਸੇ ਹੋਰ ਪਾਸੇ ਸਾਨੂੰ ਜਾਣ ਨਹੀਂ ਦਿੱਤਾ। ਭਾਵੇਂ ਬਹੁਤ ਗਰੀਬੀ ਸੀ ਜੀ। ਤੇ ਹੋਰ ਕਈ ਰਸਤੇ ਖੁੱਲੇ ਸੀ ਸਾਡੇ ਜੀ। ਵਾਸਤੇ, ਜੀ। ਜਿਸ ਤਰ੍ਹਾਂ ਕਿ ਸੂਫੀ ਗਾਇਕੀ ਜਾਂ ਹੋਰ ਕੋਈ ਜਿਹੜਾ ਅੱਜ ਕੱਲ੍ਹ ਫੋਕ ਗਾਇਕੀ ਜਿਹੜੀ ਹੈਗੀ ਹੈ। ਜੀ। ਜੀ। ਪਰ ਫਿਰ ਵੀ ਸਾਡੀ ਮਾਤਾ ਜੀ ਨੇ ਸਾਨੂੰ ਕੀਰਤਨ ਦੇ ਨਾਲ ਹੀ ਜੋੜ ਕੇ ਰੱਖਿਆ
ਤੇ ਉਹਨਾਂ ਨੇ ਇਹੀ ਕਿਹਾ ਹਮੇਸ਼ਾ, ਮਤਲਬ ਅਸੀਂ ਭਾਵੇਂ ਥੋੜੀ ਖਾ ਲਾਂਗੇ ਪਰ ਇਸ ਕੀਰਤਨ ਦੀ ਬਦੌਲਤ ਹੀ ਅਸੀਂ ਸਾਰੀ ਜ਼ਿੰਦਗੀ ਨਿਰਵਾਹ ਕਰਨੀ ਹੈ। ਜੀ, ਪਰ ਫਿਰ ਵੀ ਭਾਈ ਸਾਹਿਬ ਜੀ 15 ਸਾਲ ਦੀ ਉਮਰ ਕੋਈ ਜ਼ਿਆਦਾ ਵੱਡੀ ਉਮਰ ਨਹੀਂ ਹੁੰਦੀ, ਫਿਰ ਵੀ ਕਿੱਦਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਸ ਸਮਿਆਂ ਦੇ ਵਿੱਚ? ਉਸ ਸਮੇਂ ਦੇ ਵਿੱਚ ਮੁਸ਼ਕਲਾਂ ਤੇ ਬਹੁਤ ਸੀ, ਜਿਸ ਤਰ੍ਹਾਂ ਕਿ ਮੈਂ ਛੋਟੀ ਉਮਰ ਕਰਕੇ ਕਈ ਰਾਗੀ ਮੈਨੂੰ ਨਾਲ ਤਬਲੇ ਤੇ ਲੈ ਕੇ ਲਿਜਾਣਾ ਪਸੰਦ ਨਹੀਂ ਸੀ ਕਰਦੇ ਵੀ ਹਜੇ ਇਹਦੇ ਤੇ ਦਾੜੀ ਵੀ ਨਹੀਂ ਆਈ ਜਾਂ ਜੀ। ਇਸ ਤਰ੍ਹਾਂ ਕਈ ਗੱਲਾਂ, ਮਤਲਬ ਬਹੁਤ ਛੋਟਾ ਲੱਗਦਾ, ਸਟੇਜ ਤੇ ਪ੍ਰਭਾਵਸ਼ਾਲੀ ਨਹੀਂ ਹੈਗਾ। ਜੀ। ਪਹਿਲਾਂ ਤੇ ਇਹ ਪ੍ਰੋਬਲਮਸ ਆਈ। ਹੌਲੀ ਹੌਲੀ ਜਦੋਂ ਫਿਰ ਤਬਲਾ ਜਦੋਂ ਸੁਣਦੇ ਸੀ ਜਾਂ ਫਿਰ ਉਹਨਾਂ ਦੇ ਦਿਮਾਗ 'ਚ ਹੁੰਦਾ ਸੀ ਨਹੀਂ ਵੀ ਤਬਲਾ ਵਾਦਕ ਅੱਛਾ ਹੈ ਜੀ ਤੇ ਇਹਨੂੰ ਮੌਕਾ ਦੇਣਾ ਚਾਹੀਦਾ। ਫਿਰ ਮੈਨੂੰ ਕਈ ਅੱਛੇ ਰਾਗੀਆਂ ਨੇ ਮੈਨੂੰ ਮੌਕਾ ਦਿੱਤਾ ਤਬਲਾ ਵਜਾਉਣ ਦਾ। ਇਸ ਤਰ੍ਹਾਂ ਹੌਲੀ ਹੌਲੀ ਚੱਲਦਾ ਰਿਹਾ। ਤੇ ਤਬਲੇ ਦੀ ਜਿਹੜੀ ਸਿੱਖਿਆ ਉਹ ਕਦੋਂ ਤੱਕ ਚੱਲਦੀ ਰਹੀ ਤੇ ਕਿੰਨਾ ਪਾਸੋਂ ਤੁਸੀਂ ਤਬਲੇ ਦੀ ਜਿਹੜੀ ਸਿੱਖਿਆ ਲਈ? ਮੈਂ ਤਬਲੇ ਦੀ BA ਕੀਤੀ ਹੈ ਜੀ ਗੰਧਰਵ ਮਹਾਵਿਦਿਆਲਾ ਜੀ। ਮੁੰਬਈ ਜੀ ਬੰਬੇ ਤੋਂ। ਤੇ ਮੇਰੇ ਉਸਤਾਦ ਜੀ ਪੰਡਤ ਨੰਦਲਾਲ ਜੀ ਸੀ, ਜੀ। ਜਿਨ੍ਹਾਂ ਨੇ ਮੈਨੂੰ ਮਤਲਬ ਤਬਲੇ ਦੀ ਸਿੱਖਿਆ ਦਿੱਤੀ। ਕਿੰਨੀ 5 ਸਾਲ ਸ਼ਾਇਦ ਤੁਸੀਂ ਸਿੱਖਿਆ? ਹਾਂਜੀ 5 ਸਾਲ ਮੈਂ ਉਹਨਾਂ ਕੋਲ ਸਿੱਖਿਆ ਤਬਲੇ ਤੇ। ਫਿਰ ਤੁਸੀਂ ਤਬਲੇ ਦੀ ਜਿਹੜੀ ਸਿੱਖਿਆ ਉਸ ਤੋਂ ਬਾਅਦ ਇਹਨੂੰ ਅੱਗੇ ਕਿਵੇਂ ਵਧਾਇਆ? ਇਹ ਤਬਲੇ ਦੀ ਸਿੱਖਿਆ ਮੈਂ ਪਹਿਲਾਂ ਉਹਨਾਂ ਕੋਲ ਸਿੱਖਿਆ, ਫਿਰ ਬਾਅਦ ਵਿੱਚ ਤੇ ਮੈਂ ਚੰਗੇ ਜਿਹੜੇ ਸਿੱਖ ਪੰਥ ਦੇ ਮਹਾਨ ਤਬਲਾ ਵਾਦਕ ਸੀ ਉਹਨਾਂ ਨੂੰ ਸੁਣ ਕੇ ਜੀ। ਫਿਰ ਕਿਉਂਕਿ ਕਲਾਸੀਕਲ ਤਬਲਾ ਹੋ ਰਿਹਾ, ਜੀ ਜਿਹੜਾ ਕੀਰਤਨ ਨਾਲ ਤਬਲਾ ਵੱਜਣਾ ਹੈ, ਉਹ ਇੱਕ ਅਲੱਗ ਸ਼ੈਲੀ ਹੈ। ਜੀ। ਫਿਰ ਉਹਨਾਂ ਨੂੰ ਮੈਂ ਫੋਲੋ ਕਰਦਾ ਰਿਹਾ, ਜਿੱਦਾਂ ਵੱਡੇ ਤਬਲਾ ਵਾਦਕ ਹੁੰਦੇ ਸੀ, ਸਿਆਣੇ ਤਬਲਾ ਵਾਦਕ, ਉਹਨਾਂ ਨੂੰ ਸੁਣ ਕੇ ਫਿਰ ਮੈਂ ਇਸ ਪਾਸੇ ਫਿਰ ਮੈਂ ਕੀਰਤਨ ਸ਼ੈਲੀ ਵਾਲਾ ਤਬਲਾ ਵਜਾਇਆ। ਕੀਰਤਨ। ਭਾਈ ਸਾਹਿਬ ਜੀ ਇੱਕ ਹੋਰ ਚੀਜ਼ ਪੁੱਛਣਾ ਚਾਹਾਂਗੇ, ਸਾਡੇ ਜਿਹੜੇ ਨਵੇਂ ਰਾਗੀ ਸਿੰਘ ਕੀਰਤਨ ਦੇ ਵਿੱਚ ਆ ਰਹੇ ਨੇ, ਵੀ ਕਲਾਸੀਕਲ ਤਬਲਾ ਤੇ ਕੀਰਤਨ ਨਾਲ ਵੱਜਣ ਵਾਲਾ ਤਬਲਾ, ਇਹਨਾਂ ਚ ਦੋਵਾਂ ਚ ਕੀ ਡਿਫਰੈਂਸ ਤੁਸੀਂ ਦੇਖਦੇ ਹੋ? ਜਿਹੜਾ ਬੇਸ ਹੈ ਵੈਸੇ ਤੇ ਉਹ ਕਲਾਸੀਕਲ ਹੀ ਹੈ ਜੀ। ਹਾਂਜੀ, ਪਰ ਜਿਹੜਾ ਕੀਰਤਨ ਦਾ ਤਬਲਾ ਹੈ ਇਹ ਹੈਗਾ ਸੰਗਤੀ ਤਬਲਾ। ਸੰਗਤੀ। ਹਾਂਜੀ, ਤੇ ਇਹ ਕੀਰਤਨ ਦਾ ਮਾਹੌਲ ਵੇਖ ਕੇ ਇਹ ਵੀ ਇੱਕ ਭਗਤੀ ਹੈ। ਜੀ। ਹਾਂਜੀ, ਜਦੋਂ ਕੀਰਤਨ ਦੇ ਆਪਾਂ ਨਾਲ ਤਬਲਾ ਸਾਥ ਦਿੰਦੇ ਆ, ਇਹ ਬਹੁਤ ਵੱਡਾ, ਮਤਲਬ ਉਹ ਕੀਰਤਨ, ਜਿਸ ਤਰ੍ਹਾਂ ਦਾ ਕੀਰਤਨ ਦਾ ਮਾਹੌਲ ਚੱਲ ਰਿਹਾ ਉਹਨੂੰ ਬਰਕਰਾਰ ਰੱਖਣਾ ਵੀ ਇੱਕ ਤਬਲੇ ਵਾਦਕ ਵਾਸਤੇ ਇੱਕ ਬੜੀ ਵੱਡੀ ਚੁਣੌਤੀ ਹੁੰਦੀ ਹੈ। ਮਤਲਬ ਕਿਉਂਕਿ ਜੇ ਕੀਰਤਨ, ਮੈਂ ਦੱਸਾਂ ਵੀ ਕੀਰਤਨ ਦੇ ਵਿੱਚ ਸੰਗਤ ਜੁੜੀ ਹੋਈ ਹੈ, ਤੇ ਜੇ ਤਬਲੇ ਵਾਲਾ ਆਪਣਾ ਮਤਲਬ ਉਸ ਤੋਂ ਕੁਝ ਵੱਖਰਾ ਹੀ ਕੁਝ ਹੋਰ ਵਜਾਈ ਜਾਏਗਾ, ਉਹ ਸੰਗਤ ਦੀ ਬਿਰਤੀ ਟੁੱਟਦੀ ਹੈ, ਉਹਦੇ ਵਿੱਚ ਰਸ ਨਹੀਂ ਰਹਿੰਦਾ। ਜੀ। ਤੇ ਇਹ ਕੀਰਤਨ ਦਾ ਤਬਲਾ ਜਿਹੜਾ ਹੈ ਨਾ, ਇਹ ਵੀ ਇੱਕ ਭਗਤੀ ਹੈ। ਇਹ ਨਾਲ ਕੀਰਤਨ ਦੇ ਚੱਲਦੀ, ਜਿੱਦਾਂ ਇਦਾਂ ਮਤਲਬ ਕੀਰਤਨ ਦਾ ਸੰਗਤ ਜੁੜਦੀ ਹੈ, ਕੀਰਤਨ ਦਾ ਮਾਹੌਲ ਬਣਦਾ ਹੈ। ਸੋ ਇਹ ਇੱਕ ਵੱਖਰਾ ਵਿਸ਼ਾ ਹੈ ਜੀ। ਸੋ ਭਾਈ ਸਾਹਿਬ ਜੀ, ਕੀਰਤਨ ਦੀ ਸੇਵਾ ਜਿਹੜੀ ਤੁਸੀਂ ਤਬਲੇ 'ਚ ਸ਼ੁਰੂ ਕੀਤੀ, ਉਹ ਕਿਹੜੇ ਰਾਗੀ ਸਿੰਘਾਂ ਨਾਲ ਫਿਰ ਤੁਸੀਂ ਸੇਵਾ ਇਹ ਨਿਭਾਈ? ਇਹ ਮੈਂ ਇੱਥੇ ਪਹਿਲਾਂ ਮੈਂ ਜਲੰਧਰ ਦੇ ਵਿੱਚ ਰਾਗੀ ਹੈਗੇ ਸਨ ਭਾਈ ਸਿਮਰਦੀਪ ਸਿੰਘ ਹੋਣੀ, ਭਾਈ ਹੀਰਾ ਸਿੰਘ ਸਾਜਨ, ਜੀ। ਉਹਨਾਂ ਨਾਲ ਤਬਲਾ ਵਜਾਇਆ। ਫਿਰ ਮੈਂ ਦਿੱਲੀ ਦੇ ਜਿਹੜੇ ਪੰਥ ਦੇ ਮਹਾਨ ਕੀਰਤਨੀਏ ਪ੍ਰਿੰਸੀਪਲ ਬਲਦੇਵ ਸਿੰਘ ਜੀ, ਉਹਨਾਂ ਨਾਲ ਸੰਗਤ ਕੀਤੀ ਕਾਫੀ ਤਬਲੇ ਦੀ। ਫਿਰ ਕਾਫੀ ਕੁਝ ਸਿੱਖਣ ਨੂੰ ਵੀ ਮਿਲਿਆ ਹੋਵੇਗਾ। ਹਾਂਜੀ, ਉਹਨਾਂ ਦੇ ਨਾਲ ਤਬਲਾ ਵਜਾ ਕੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ। ਕਿਉਂਕਿ ਜਿਹੜਾ ਤਬਲਾ ਵਾਦਕ ਹੁੰਦਾ ਨਾ, ਉਹ ਜਦੋਂ ਅੱਛੇ ਰਾਗੀ ਸਿੰਘਾਂ ਨਾਲ ਜਦੋਂ ਤਬਲੇ ਦੀ ਸੇਵਾ ਕਰਦਾ, ਉਹਨੂੰ ਕੀਰਤਨ ਦੀਆਂ ਬਹੁਤ ਬਰੀਕੀਆਂ ਦਾ ਪਤਾ ਲੱਗਦਾ ਜੀ, ਜਿਹੜਾ ਕਿ ਆਮ ਬੰਦਾ ਉਸ ਤਰ੍ਹਾਂ ਨਹੀਂ ਸਿੱਖ ਸਕਦਾ। ਜੀ। ਤਬਲਾ ਵਜਾ ਕੇ, ਹਾਂਜੀ, ਇਹ ਵੀ ਤਬਲਾ ਵਜਾ ਕੇ ਹੀ ਆਉਂਦੀ ਹੈ, ਜਿਹੜੀਆਂ ਜੀ। ਕੀਰਤਨ ਦੀਆਂ ਬਾਰੀਕੀਆਂ ਦਾ ਸਮਝ ਜਿਹੜੀ। ਜੀ। ਸੋ ਤਬਲੇ ਨੇ ਮੈਨੂੰ ਮਤਲਬ ਕਾਫੀ ਸਾਥ ਦਿੱਤਾ ਮੇਰਾ ਕੀਰਤਨ ਦੇ ਵਿੱਚ ਅੱਗੇ ਵਧਣ ਵਾਸਤੇ। ਸੋ ਫੈਮਿਲੀ ਦੇ ਵਿੱਚ ਭੈਣ ਭਰਾਵਾਂ ਦਾ ਕਿਹੋ ਜਿਹਾ ਸਹਿਯੋਗ ਸੀ ਤੁਹਾਨੂੰ, ਕਿਉਂਕਿ ਤਕਰੀਬਨ ਸਾਰੇ ਹੀ ਤੁਹਾਡੇ ਤੋਂ ਛੋਟੇ ਸੀ, ਤੇ ਕਿਹੋ ਜਿਹਾ ਸਹਿਯੋਗ ਫੈਮਿਲੀ ਵੱਲੋਂ ਤੁਹਾਨੂੰ ਮਿਲਦਾ ਸੀ? ਨਹੀਂ, ਸਾਰਿਆਂ ਦਾ ਸਹਿਯੋਗ ਬਹੁਤ ਅੱਛਾ ਸੀ, ਖਾਸ ਕਰਕੇ ਸਾਡੀ ਮਾਤਾ ਜੀ ਦਾ, ਜੀ, ਜਿਨ੍ਹਾਂ ਨੇ ਇਸ ਪਾਸੇ ਤੋਰੀ ਰੱਖਿਆ ਸਾਨੂੰ, ਜੀ, ਇਸ ਲਾਈਨ ਤੋਂ ਥਿੜਕਣ ਨਹੀਂ ਦਿੱਤਾ। ਜੀ। ਸੋ ਭਾਈ ਸਾਹਿਬ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਬਹੁਤ ਹੀ ਪੰਥ ਦੇ ਨਾਮਵਰ ਰਾਗੀ ਸਿੰਘਾਂ ਨਾਲ ਤੁਸੀਂ ਤਬਲੇ ਦੀ ਸੰਗਤ ਕੀਤੀ, ਉਹਨਾਂ ਦੇ ਨਾਲ ਕਦੀ ਵਿਦੇਸ਼ ਜਾਣ ਦਾ ਮੌਕਾ ਵੀ ਮਿਲਿਆ? ਹਾਂਜੀ, ਮੈਂ 1997 ਵਿੱਚ ਸਭ ਤੋਂ ਪਹਿਲਾਂ ਮੈਂ ਕੈਨੇਡਾ ਗਿਆ। ਸਾਡੇ ਜਲੰਧਰ ਦੇ ਬਹੁਤ ਹੀ ਸਿਆਣੇ ਰਾਗੀ ਭਾਈ ਸਿਮਰਦੀਪ ਸਿੰਘ ਹੁੰਦੇ ਸੀ ਜੀ, ਤੇ ਉਹਨਾਂ ਨਾਲ ਮੈਂ ਪਹਿਲੀ ਵਾਰ ਤਬਲੇ ਤੇ ਮੈਂ ਕੈਨੇਡਾ ਗਿਆ। ਉਸ ਤੋਂ ਬਾਅਦ
ਫਿਰ ਮੈਂ ਦੁਬਾਰਾ ਗਿਆ ਭਾਈ ਹੀਰਾ ਸਿੰਘ ਸਾਜਨ, ਸਾਡੇ ਜਲੰਧਰ ਦੇ ਬੜੇ ਮਸ਼ਹੂਰ ਰਾਗੀ ਸਨ, ਜੀ ਜੀ, ਤੇ ਉਹਨਾਂ ਨਾਲ ਮੈਂ ਫਿਰ ਦੂਸਰੀ ਵਾਰੀ ਫਿਰ ਤਬਲੇ ਤੇ ਗਿਆ। ਠੀਕ ਹੈ, ਤੇ ਉਸ ਤੋਂ ਬਾਅਦ ਫਿਰ ਤੀਸਰੀ ਵਾਰੀ ਜਦੋਂ ਸਾਡਾ ਮੌਕਾ ਬਣਿਆ ਜਾਣ ਦਾ, ਫਿਰ ਸਾਡੇ ਕੋਲ ਸਾਈਡ ਵਾਲਾ ਨਹੀਂ ਹੈਗਾ ਸੀ ਕੋਈ ਅੱਛਾ, ਜੀ ਸਾਨੂੰ ਮਿਲਿਆ ਨਹੀਂ, ਤੇ ਤਬਲੇ ਵਾਲੇ ਬਹੁਤ ਅੱਛੇ ਮਿਲ ਰਹੇ ਸਨ। ਜੀ, ਤੇ ਭਾਈ ਹੀਰਾ ਸਿੰਘ ਕਹਿੰਦੇ ਵੀ ਐਦਾਂ ਕਰੀਏ ਵੀ ਹੁਣ ਤੂੰ ਥੋੜਾ ਜਿਹਾ ਇਸ ਵਾਰੀ ਸਾਈਡ ਤੇ ਆ ਜਾ, ਤਬਲੇ ਵਾਲਾ ਆਪਾਂ ਕੋਈ ਵਧੀਆ ਹੋਰ ਲੈ ਚੱਲਦੇ ਹਾਂ ਜੀ। ਮਤਲਬ ਪਹਿਲੀ ਵਾਰੀ ਤੁਹਾਨੂੰ ਗਾਉਣ ਦਾ ਮੌਕਾ ਮਿਲਿਆ? ਹਾਂਜੀ, ਫਿਰ ਮੈਨੂੰ ਨਾਲ ਗਾਉਣ ਦਾ ਮੌਕਾ ਮਿਲਿਆ। ਉਸ ਟਾਈਮ ਤੇ ਤੁਸੀਂ ਸਿੱਖਿਆ ਸੀ ਵੋਕਲ ਜਾਂ? ਨਹੀਂ, ਮੈਂ ਸਿੱਖਿਆ ਤਾਂ ਨਹੀਂ ਸੀ, ਪਰ ਫਿਰ ਵੀ ਮੈਂ ਨਾਲ ਨਾਲ ਕੀਰਤਨ ਦਾ ਮੈਨੂੰ ਸ਼ੌਂਕ ਸੀ, ਜੀ। ਗਾਉਣ ਦਾ ਸ਼ੌਂਕ ਸੀ ਜੀ ਤੇ ਮੈਂ ਸ਼ਬਦ ਚਲੋ ਮਹਾਰਾਜ ਦੀ ਕਿਰਪਾ ਨਾਲ ਅੱਛਾ ਪੜ੍ਹ ਲੈਂਦਾ ਸੀ। ਜੀ, ਸੋ ਫਿਰ ਮੈਂ ਉਹਨਾਂ ਨਾਲ ਸਾਈਡ ਤੇ ਸਾਈਡ ਤੇ। ਸਾਈਡ ਸਹਾਇਕ ਰਾਗੀ ਸ਼ੁਰੂ ਹੋ ਜੀ। ਗਿਆ। ਉਹ ਸਫ਼ਰ ਕਿਵੇਂ ਦਾ ਰਿਹਾ? ਕਿਉਂਕਿ ਇੱਕ ਤਬਲਾ ਪਲੇਅਰ ਸਾਈਡ ਤੇ ਆਵੇ, ਡਿਫਰੈਂਟ ਹੋ ਜਾਂਦਾ। ਉਹ ਨਹੀਂ, ਕਿਵੇਂ ਦਾ? ਉਹ ਤਜਰਬਾ ਇੱਕ ਵੱਖਰਾ ਸੀ ਜੀ। ਜੀ ਤੇ ਉਹਦੇ ਨਾਲ ਮੈਨੂੰ ਜਦੋਂ ਫਿਰ ਬੰਦਾ ਗਾਉਂਦਾ ਅੱਗੇ ਤੋਂ ਅੱਗੇ ਨਵੀਆਂ ਚੀਜ਼ਾਂ ਸਿੱਖਣ ਨੂੰ ਨਵੀਆਂ ਮਿਲੀਆਂ। ਚੀਜ਼ਾਂ ਸਿੱਖਣ ਨੂੰ ਮਿਲਦੀਆਂ। ਫਿਰ ਕਰਦੇ ਫਿਰ ਹੌਲੀ ਫਿਰ ਇੱਕ ਵਾਰੀ ਫਿਰ ਐਸਾ ਵੀ ਸਮਾਂ ਆਇਆ ਜਦੋਂ ਫਿਰ ਮੈਂ ਆਪਣਾ ਜਥਾ ਬਣਾਇਆ। ਇਹ ਕਿਹੜੇ ਸਾਲ ਦੀ ਗੱਲ ਦੱਸ ਰਹੇ ਹੋ? ਇਹ ਮੈਂ 2005 ਦੀ ਦੱਸ ਰਿਹਾ। ਅੱਛਾ, ਤੁਸੀਂ ਆਪਣਾ ਜਥਾ ਹਾਂਜੀ, ਹੈਡ ਤੇ ਬਣਾਇਆ। ਹੈਡ ਤੇ ਕਰ। ਕਿਹੜੇ ਸਾਥੀ ਸਨ ਪਹਿਲੇ ਤੁਹਾਡੇ? ਮੇਰੇ ਪਹਿਲੇ ਸਾਥੀ ਮੇਰੇ ਦੋਨੋਂ ਭਰਾ ਹੀ ਸਨ। ਜੀ ਮੇਰਾ ਛੋਟਾ ਬ੍ਰਦਰ ਭਾਈ ਰਾਜਪਾਲ ਸਿੰਘ ਤੇ ਸਭ ਤੋਂ ਛੋਟਾ ਬ੍ਰਦਰ ਵਿਕਰਮਪਾਲ ਸਿੰਘ, ਜੀ ਜੋ ਕਿ ਤਬਲੇ ਤੇ ਉਹਨਾਂ ਨੇ ਕਾਫੀ ਸਾਲ ਮੇਰੇ ਨਾਲ ਸੇਵਾ ਕੀਤੀ। ਜੀ। ਸੋ ਕਿਹੋ ਜਿਹੇ ਤੁਸੀਂ ਇਸ ਸਟੇਜਾਂ ਦੇ ਉੱਤੇ, ਕਿਉਂਕਿ ਕਿਸੇ ਦੇ ਨਾਲ ਜਥੇ ਦੇ ਵਿੱਚ ਸਹਾਇਕ ਰਾਗੀ ਜਾਂ ਸਹਾਇਕ ਤਬਲਾ ਪਲੇਅਰ ਹੋਣ ਦੇ ਬਾਵਜੂਦ, ਕਿਉਂਕਿ ਸਾਰੀ ਹੈਡਿਕ ਜਿਹੜੀ ਹੁੰਦੀ ਹੈ ਹੈਡ ਦੀ ਹੁੰਦੀ ਹੈ ਕਿ ਪ੍ਰੋਗਰਾਮ ਬੁੱਕ ਕਰਨੇ ਹੈ, ਜਾਣਾ ਹੈ, ਤੇ ਉਹ ਇੱਕ ਡਿਫਰੈਂਟ ਚੀਜ਼ ਹੋ ਜਾਂਦੀ ਜਦੋਂ ਤੁਸੀਂ ਆਪਣਾ ਜਥਾ ਬਣਾਇਆ। ਕਿਵੇਂ ਦੀਆਂ ਮੁਸ਼ਕਲਾਂ ਤੁਹਾਨੂੰ? ਨਹੀਂ, ਇਹਦੇ ਵਿੱਚ ਮੈਨੂੰ ਮੁਸ਼ਕਲ ਨਹੀਂ ਆਈ ਹੈ ਨਹੀਂ, ਕਿਉਂਕਿ ਭਾਈ ਰਾਜਪਾਲ ਸਿੰਘ ਮੇਰੇ ਜਿਹੜੇ ਸਾਈਡ ਵਾਲੇ ਬ੍ਰਦਰ ਨੇ, ਜੀ ਜੀ, ਉਹ ਮੇਰਾ ਇਸ ਵਿੱਚ ਪੂਰਾ ਸਾਥ ਦਿੰਦੇ ਸੀ। ਹਾਂਜੀ, ਬਾਹਰ ਦਾ ਵੀ ਕੋਈ ਕੰਮ, ਇੱਥੋਂ ਦੀ ਵੀ ਕੋਈ ਬੁਕਿੰਗ ਵਗੈਰਾ, ਕਿਸੇ ਨਾਲ ਕੰਪਨੀਆਂ ਨਾਲ ਗੱਲ ਕਰਨੀ, ਜੀ, ਸੋ ਇਦਾਂ ਕਰਨਾ, ਉਹ ਸਾਰਾ ਉਹ ਮੈਨੇਜ ਕਰਦੇ ਉਹ ਮੈਨੇਜ ਕਰਦੇ ਸੀ ਪੂਰਾ। ਮੈਨੂੰ ਇੰਨੀ ਮਤਲਬ ਪਰੇਸ਼ਾਨੀ ਨਹੀਂ ਆਈ ਇਸ ਵਾਰ। ਜੀ। ਉਸ ਤੋਂ ਬਾਅਦ ਭਾਈ ਸਾਹਿਬ ਜੀ, ਉਸ ਟਾਈਮ ਤੇ ਕੈਸੇਟ ਤੇ ਸੀਡੀ ਦਾ ਬੜਾ ਯੁੱਗ ਸੀਗਾ ਕਿ ਰਾਗੀ ਸਿੰਘ ਕੈਸੇਟ ਕਰਾਉਂਦੇ ਸੀਗੇ, ਸੀਡੀਜ਼ ਕਰਾਉਂਦੇ ਸੀਗੇ। ਤੁਹਾਡੇ ਵੀ ਕੋਈ ਸ਼ਬਦ? ਹਾਂਜੀ, ਮੇਰੇ ਪਹਿਲਾਂ ਮੇਰੇ 2 ਪ੍ਰੋਜੈਕਟ ਆਪਣੇ ਅੰਮ੍ਰਿਤ ਸਾਗਰ ਜੀ ਕੰਪਨੀ ਵਿੱਚ ਆਏ। ਜੀ, ਫਿਰ ਉਸ ਤੋਂ ਬਾਅਦ ਇੱਕ ਮੇਰਾ ਪ੍ਰੋਜੈਕਟ ਆਇਆ ਸੀ ਸ਼ਮਾਰੂ ਕੰਪਨੀ ਵਿੱਚ, ਠੀਕ ਹੈ। ਵੱਡਾ ਮੇਰਾ ਗੋਬਿੰਦ, ਉਹ ਬੜੀ ਸੁਪਰ ਹਿੱਟ ਹਾਂਜੀ, ਕੈਸੇਟ ਉਹ ਉਸ ਸੀਡੀ ਨੇ ਮਤਲਬ ਸਾਨੂੰ ਸਾਡੀ ਬੜੀ ਪਹਿਚਾਣ ਬਣਾਤੀ ਸੀ। ਜੀ ਜੀ। ਹਾਂਜੀ। ਸੋ ਦੇਖਿਆ ਜਾਵੇ ਕਿ ਤੁਹਾਡੇ ਫੈਮਿਲੀ ਦੇ ਵਿੱਚ ਤੁਹਾਨੂੰ ਬਹੁਤ ਸਹਿਯੋਗ ਰਿਹਾ। ਤੁਹਾਡੀ ਧਰਮ ਪਤਨੀ ਵਾਈਫ ਦਾ ਕੀ ਸਹਿਯੋਗ ਸੀ ਤੁਹਾਡੇ ਇਸ ਫੀਲਡ ਦੇ ਵਿੱਚ? ਉਹ ਇਸ ਤਰ੍ਹਾਂ ਹੈ ਵੀ ਜਿਹੜੇ ਮੇਰੇ ਧਰਮ ਪਤਨੀ ਆ ਜੀ, ਨਵਜੋਤ ਕੌਰ, ਜੀ, ਉਹ ਵੀ ਇੱਕ ਕੀਰਤਨੀय ਪਰਿਵਾਰ ਚੋਂ ਨੇ। ਉਹ ਮੇਰੇ ਸਹੁਰਾ ਸਾਹਿਬ ਜਿਹੜੇ ਕਿ ਬਹੁਤ ਹੀ ਪ੍ਰਸਿੱਧ ਢਾਡੀ ਹੁੰਦੇ ਸੀ, ਗਿਆਨੀ ਰਾਮ ਸਿੰਘ ਜੀ। ਜੀ, ਸੋ ਉਹਨਾਂ ਦਾ ਵੀ ਪਰਿਵਾਰ ਸਾਰੇ ਕੀਰਤਨ ਨਾਲ ਜੁੜੇ ਆ। ਉਹਨਾਂ ਦੇ ਸਾਰੇ ਬ੍ਰਦਰ ਭਾਈ ਅਮਰਤਪਾਲ ਸਿੰਘ ਸੰਗਰੂਰ ਵਾਲੇ ਬੜੇ ਹਾਂਜੀ। ਫੇਮਸ ਰਾਗੀ ਨੇ। ਹਾਂਜੀ ਹਾਂਜੀ। ਸੋ ਮੇਰੀ ਵਾਈਫ ਮਤਲਬ ਉਸ ਪਰਿਵਾਰ ਚੋਂ ਹੈ। ਦੇਖਿਆ ਜਾਵੇ ਤੇ ਤਕਰੀਬਨ ਸਾਰੇ ਸੰਗੀਤ ਦੇ ਹਾਂਜੀ, ਜਿੰਨੇ ਹਾਂਜੀ। ਵੀ ਸਾਰੇ ਹਾਂਜੀ ਇੱਕ ਫੈਮਿਲੀ ਵਾਂਗੂ ਮਿਲ ਗਏ। ਹਾਂਜੀ ਹਾਂਜੀ, ਇਹ ਮਹਾਰਾਜ ਦੀ ਬੜੀ ਕਿਰਪਾ ਹੋਈ। ਮੈਨੂੰ ਮੇਰਾ ਸਹੁਰਾ ਪਰਿਵਾਰ ਵੀ ਜੀ, ਗੁਰਬਾਣੀ ਨਾਲ ਕੀਰਤਨ ਨਾਲ ਜੁੜਿਆ ਮਿਲਿਆ। ਸੋ ਭਾਈ ਸਾਹਿਬ ਜੀ, ਉਸ ਤੋਂ ਬਾਅਦ ਜਿਹੜਾ ਤੁਸੀਂ ਸੰਗੀਤ ਆਪਣਾ ਕੀਰਤਨ ਸ਼ੁਰੂ ਕੀਤਾ, ਕਿੱਥੇ ਕੋ ਸਿੱਖਣ ਦਾ ਵੀ ਮੌਕਾ ਮਿਲਿਆ? ਕੀਰਤਨ ਮੈਂ ਵੈਸੇ ਜਿਹੜਾ ਸਿੱਖਿਆ ਉਹ ਮੈਂ ਤਬਲਾ ਵਜਾ ਕੇ ਸਿੱਖਿਆ, ਨਾਲ ਸੁਣ ਕੇ। ਹਾਂਜੀ, ਉਹ ਜਿਹੜੀਆਂ ਬਰੀਕੀਆਂ, ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ, ਪੰਥ ਦੇ ਮਹਾਨ ਕੀਰਤਨੀ ਪ੍ਰਿੰਸੀਪਲ ਬਲਦੇਵ ਸਿੰਘ ਜੀ ਜਿਹੜੇ, ਹਾਂਜੀ, ਉਹਨਾਂ ਨਾਲ ਜਦੋਂ ਤਬਲਾ ਵਜਾਇਆ ਮੈਂ, ਉਹ ਮੈਨੂੰ ਬੜੀਆਂ ਬਰੀਕੀਆਂ ਦੱਸਦੇ ਹੁੰਦੇ ਸੀ, ਕਿਉਂਕਿ ਮੈਂ ਉਹਨਾਂ ਨਾਲ ਬੈਠਦਾ ਹੁੰਦਾ ਸੀ ਤਬਲੇ ਤੇ। ਉਹਨਾਂ ਨੇ ਕਹਿਣਾ ਵੀ ਆਹ ਚੀਜ਼ ਇਦਾਂ ਹੈ, ਆਹ ਚੀਜ਼ ਇਦਾਂ, ਆਹ ਠੇਕੇ ਇਦਾਂ ਵੱਜਣੇ ਨੇ, ਸਾਰੀਆਂ ਤੁਹਾਨੂੰ ਤੁਸੀਂ ਵੀ ਤਬਲਾ ਵਾਦਕ, ਤੁਹਾਨੂੰ ਪਤਾ ਹੈ ਇਸ ਗੱਲ ਦਾ। ਸੋਲੋ ਪਲੇਅਰ ਅਲੱਗ ਚੀਜ਼ ਹੈ ਤੇ ਸੰਗਤੀ ਤਬਲਾ ਜਿਹੜਾ ਅਲੱਗ ਚੀਜ਼ ਹੈ। ਸੰਗਤੀ ਤਬਲਾ। ਸੋ ਤੁਹਾਨੂੰ ਉਹਨਾਂ ਕੋ ਵੋਕਲ ਦੀਆਂ ਵੀ ਕੁਝ ਬਰੀਕੀਆਂ ਸਿੱਖਣ ਦਾ ਮੌਕਾ ਮਿਲਿਆ? ਵੋਕਲ ਦੀਆਂ ਬਰੀਕੀਆਂ ਵੀ ਉਹਨਾਂ ਨੇ ਮੈਨੂੰ ਗਮਕ ਲਗਾਉਣੀ ਸਿਖਾਈ ਜੀ, ਤੇ ਕਿੱਦਾਂ ਗਾਇਕੀ ਦੇ ਵਿੱਚ ਆੜ ਕੁਆੜ ਜੀ,
ਜਿਹੜੀਆਂ ਲੈਕਾਰੀਆਂ ਲੈਕਾਰੀਆਂ ਜਿਹੜੀਆਂ ਉਹਨਾਂ ਨੇ ਸਿਖਾਈਆਂ। ਚਲੋ ਤਬਲੇ 'ਚ ਤਾਂ ਕਰਦੇ ਪਰ ਮੈਨੂੰ ਜਿਹੜੀਆਂ ਉਹਨਾਂ ਨੇ ਦੱਸੀਆਂ ਵੀ ਪੁੱਤਰ ਇਸ ਤਰ੍ਹਾਂ ਕਰਕੇ ਆਹ ਕਰ ਸਕਦੇ ਆਪਾਂ ਇੱਥੇ। ਮਤਲਬ ਪੰਥ ਦੇ ਮਹਾਨ ਕੀਰਤਨੀਆਂ ਨੂੰ ਸੁਣ ਕੇ ਤੁਸੀਂ ਹਾਂਜੀ। ਉਹਨਾਂ ਨੂੰ ਫੋਲੋ ਕਰਕੇ ਹਾਂਜੀ। ਬਹੁਤ ਕੁਝ ਪ੍ਰਾਪਤ ਕੀਤਾ। ਹਾਂਜੀ, ਉਹਨਾਂ ਤੋਂ ਸਿੱਖਿਆ। ਫਿਰ ਮੈਂ ਜ਼ਿਆਦਾ ਸੁਣਿਆ ਫਿਰ ਪੰਥ ਦੇ ਮਹਾਨ ਕੀਰਤਨੀ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਜੀ ਜੀ ਜੀ। ਉਹਨਾਂ ਤੋਂ ਵੀ ਸੁਣ ਕੇ ਅਸੀਂ ਕਾਫੀ ਕੁਝ ਸਿੱਖਿਆ ਕੀਰਤਨ ਦੇ ਵਿੱਚ ਜੀ ਤਕਰੀਬਨ ਰਾਗੀ ਸਿੰਘ ਉਹਨਾਂ ਨੂੰ ਬਹੁਤ ਜ਼ਿਆਦਾ ਫੋਲੋ ਕਰਦੇ ਬਹੁਤ ਨੇ। ਫੋਲੋ ਕੀਤਾ ਜੀ। ਹਾਂਜੀ, ਉਹਨਾਂ ਨੇ ਇੱਕ ਕੀਰਤਨ ਦਾ ਟ੍ਰੈਂਡ ਚੇਂਜ ਕੀਤਾ। ਬਿਲਕੁਲ ਹਾਂਜੀ, ਬਿਲਕੁਲ, ਤੇ ਉਹ ਇੱਕ ਮਾਈਲਸਟੋਨ ਹੈਗੀ। ਬਿਲਕੁਲ। ਹੁਣ ਚਲੋ ਉਹਨਾਂ ਨੂੰ ਵਧਾਈ ਦਿੰਦੇ ਆ, ਉਹਨਾਂ ਨੂੰ ਸ਼੍ਰੋਮਣੀ ਰਾਗੀ ਦਾ ਅਵਾਰਡ ਵੀ ਮਿਲਿਆ। ਸਨਮਾਨਿਤ ਕੀਤਾ ਗਿਆ। ਹਾਂਜੀ ਹਾਂਜੀ ਜੀ। ਤੇ ਭਾਈ ਸਾਹਿਬ ਜੀ ਕੋਈ ਫਿਰ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਕਿਤੇ ਕੀਰਤਨ ਦੀ ਸੇਵਾ ਵੀ ਡਿਊਟੀ ਦੇ ਰੂਪ ਦੇ ਵਿੱਚ ਕੀਤੀ ਤੁਸੀਂ? ਨਹੀਂ, ਡਿਊਟੀ ਤੇ ਨਹੀਂ ਕੀਤੀ ਅਸੀਂ, ਸਿਰਫ ਪ੍ਰੋਗਰਾਮ ਸੀ ਕਰਦੇ ਸੀ ਖੁੱਲੇ। ਜੀ। ਹਾਂਜੀ। ਸੋ ਕਿਹੋ ਜਿਹਾ ਸਹਿਯੋਗ ਸੀਗਾ ਸੰਗਤ ਦਾ ਜਾਂ ਪ੍ਰਬੰਧਕ ਕਮੇਟੀਆਂ ਦਾ, ਕਿਹੋ ਜਿਹਾ ਸਹਿਯੋਗ ਸੀ ਉਸ ਟਾਈਮ ਤੇ? ਇਹ ਰਲਮਾ ਬਿਲਮਾ ਸਹਿਯੋਗ ਹੀ ਹੈ। ਸੰਗਤ ਤੇ ਜੋ ਹੁੰਦੀ ਹੈ ਜੀ ਇਹ ਕਾਮਤੇਨ ਆ। ਜੀ ਇਹਨਾਂ ਸੰਗਤ ਵੱਲੋਂ ਤੇ ਹਮੇਸ਼ਾ ਪਿਆਰ ਮਿਲਿਆ। ਜਿਹੜਾ ਪ੍ਰਬੰਧਕ ਕਮੇਟੀਆਂ ਦਾ ਇਹ ਹਰ ਜਗ੍ਹਾ ਡਿਫਰੈਂਟ ਐਕਸਪੀਰੀਅੰਸ ਰਿਹਾ। ਜੀ ਕਿਤੇ ਕੋਈ ਚੰਗੇ ਵੀ ਬਹੁਤ ਮਿਲੇ, ਜੀ ਕਿਤੇ ਮਾੜੇ ਵੀ ਮਿਲੇ। ਜੀ। ਸੋ ਜਿਹੜੇ ਚੰਗੇ ਮਿਲੇ ਆ ਉਹਨਾਂ ਦੀ ਬਦੌਲਤ ਹੀ ਅੱਜ ਅਸੀਂ ਜੀ। ਇਸ ਫੀਲਡ ਵਿੱਚ ਹੈਗੇ ਹਾਂ ਜੀ। ਭਾਈ ਸਾਹਿਬ ਜੀ ਤੁਹਾਡੀ ਉਦਾਂ ਕੁਆਲੀਫਿਕੇਸ਼ਨ ਕੀ ਹੈ? ਬੀਏ ਤੇ ਤੁਸੀਂ ਤਬਲੇ ਦੀ ਕੀਤੀ ਹੈ ਹਾਂਜੀ। ਬੰਬੇ ਯੂਨੀਵਰਸਿਟੀ? ਹਾਂਜੀ ਹਾਂਜੀ। ਤੇ ਉਦਾਂ ਤੁਹਾਡੀ ਕੁਆਲੀਫਿਕੇਸ਼ਨ? ਉਹਦਾ ਮੈਟ੍ਰਿਕ ਤੱਕ ਮੈਂ ਕੋਟਾ ਤੋਂ ਕੀਤੀ ਹੈ। ਰਾਜਸਥਾਨ। ਕੋਟਾ ਰਾਜਸਥਾਨ ਤੋਂ ਕੀਤੀ ਹੈ। ਤੇ ਅੱਜ ਕੱਲ ਫਿਰ ਤੁਹਾਡੇ ਬੱਚੇ ਵੀ ਇਸ ਲਾਈਨ ਦੇ ਵਿੱਚ? ਹਾਂਜੀ, ਮੇਰਾ ਛੋਟਾ ਬੇਟਾ ਗੁਰਕੀਰਤ ਸਿੰਘ ਉਹ ਅੱਜ ਕੱਲ੍ਹ ਅੱਛਾ ਤਬਲਾ ਵਜਾ ਰਿਹਾ। ਜੀ। ਹਾਂਜੀ, ਮੈਂ ਅੱਛੀ ਤੋਂ ਅੱਛੀ ਸਿੱਖਿਆ ਉਹਨੂੰ ਦੇਣ ਦੀ, ਅੱਛੇ ਉਸਤਾਦ ਜੀ। ਪੂਰੀ ਕੋਸ਼ਿਸ਼ ਕਰ ਰਹੇ ਕਿ ਉਹਨੂੰ ਅੱਛੇ ਤੋਂ ਅੱਛੇ ਮਤਲਬ ਉਸਤਾਦ ਮਿਲਣ ਜਿਨ੍ਹਾਂ ਕੋ ਵਿਦਿਆ ਲਵੇ। ਮਤਲਬ ਮਤਲਬ 2005 ਤੋਂ ਬਾਅਦ ਤੁਸੀਂ ਐਜ਼ ਏ ਸਹਾਇਕ ਰਾਗੀ ਤੋਂ ਹੈਡ ਰਾਗੀ ਫੋਰਨ ਦੇ ਟ੍ਰਿਪਸ ਬਹੁਤ ਲਾਏ, ਟੂਰ ਬਹੁਤ ਲਾਏ, ਹਾਂ, ਬਾਹਰ ਦੀਆਂ ਸੰਗਤਾਂ ਨੂੰ ਵੀ ਨਿਹਾਲ ਕੀਤਾ। ਅਸੀਂ ਜ਼ਿਆਦਾਤਰ ਕੈਨੇਡਾ ਤੇ ਅਮਰੀਕਾ ਦੇ ਟੂਰ ਲਾਏ। ਤੇ ਫਿਰ ਜਦੋਂ 2011 ਵਿੱਚ ਲਾਸਟ ਟਾਈਮ ਅਸੀਂ ਅਮਰੀਕਾ ਗਏ, ਹਾਂਜੀ। ਫਿਰ ਸਾਨੂੰ ਵੈਸਟ ਸੈਕਰਾਮੈਂਟੋ ਦੀ ਸਟੇਜ ਹੈ ਬਹੁਤ ਵੱਡੀ ਜੀ। ਗੁਰੂ ਘਰ, ਉਹਨਾਂ ਨੇ ਫਿਰ ਸਾਨੂੰ ਪੱਕੇ ਤੌਰ ਤੇ ਆਫਰ ਕੀਤਾ ਵੀ ਤੁਸੀਂ ਸਾਡੇ ਕੋਲ ਇੱਥੇ ਰਹਿ ਜਾਓ। ਸੋ ਉਸ ਤੋਂ ਬਾਅਦ ਫਿਰ ਮੈਂ 5 ਸਾਲ ਫਿਰ ਉੱਥੇ ਸੇਵਾ ਕੀਤੀ ਜੀ। ਤੇ ਨਾਲ ਉਹਨਾਂ ਨੇ ਸਾਨੂੰ ਉੱਥੇ ਪੱਕੇ ਕਰਾਇਆ। ਜੀ ਜੀ। ਸੋ ਦੇਖਿਆ ਜਾਵੇ ਤੇ ਸੰਗਤ ਦਾ ਪਿਆਰ ਹੀ ਹੈ ਜਿਹੜਾ ਕਿ ਇਹਨਾਂ ਨੂੰ ਇੰਡੀਆ ਤੋਂ ਵੀ ਮਿਲਿਆ ਤੇ ਅੱਜ ਕੱਲ USA ਤੋਂ ਵੀ ਸੰਗਤਾਂ ਬਹੁਤ ਪਿਆਰ ਕਰਦੀਆਂ ਨੇ ਭਾਈ ਸਾਹਿਬ ਨੂੰ, ਇਹਨਾਂ ਦੇ ਕੀਰਤਨ ਨੂੰ ਬਹੁਤ ਪਿਆਰ ਕਰਦੀਆਂ ਨੇ। ਸੋ ਅਸੀਂ ਵਧਾਈ ਦਿੰਦੇ ਹਾਂ ਕਿ ਭਾਈ ਸਾਹਿਬ ਹੁਣੀ ਸਿਟੀਜ਼ਨਸ਼ਿਪ ਲੈ ਚੁੱਕੇ ਨੇ USA ਦੀ, ਇੰਟਰਨੈਸ਼ਨਲ ਰਾਗੀ ਬਣ ਚੁੱਕੇ ਨੇ। ਸੋ ਭਾਈ ਸਾਹਿਬ ਜੀ ਬਹੁਤ ਬਹੁਤ ਮੁਬਾਰਕਾਂ ਇਸ ਗੱਲ ਤੇ। ਮੁਬਾਰਕਾਂ, ਸਭ ਗੁਰੂ ਸਾਹਿਬ ਦੀ ਕਿਰਪਾ ਹੈ ਜੀ। ਜੀ।
ਸੋ ਭਾਈ ਸਾਹਿਬ ਜੀ, ਰਾਗੀਆਂ ਦਾ ਕਿਹੋ ਜਿਹਾ ਸਹਿਯੋਗ ਸੀ? ਜਿਵੇਂ ਕਿ ਤੁਹਾਨੂੰ ਕਾਫੀ ਰਾਗੀ ਸਿੰਘ ਜਾਣਦੇ ਹੋਣਗੇ। ਹਾਂਜੀ, ਤਕਰੀਬਨ ਸਾਰੇ ਜਿਹੜੇ ਮਹਾਨ ਰਾਗੀ ਨੇ ਸਾਰਿਆਂ ਨਾਲ ਅੱਛਾ ਪਿਆਰ ਹੈ। ਅੱਛਾ ਪਿਆਰ ਹੈ। ਹਾਂਜੀ, ਤੇ ਸਪੋਰਟ ਵੀ ਕੋਈ ਕਰਦੇ ਨੇ ਇਹੋ ਜੀ? ਹਾਂਜੀ, ਸਪੋਰਟ ਵੀ ਜਦੋਂ ਅਸੀਂ ਬਾਹਰ ਜਿੱਦਾਂ ਇੱਕ ਸਟੇਜ ਤੇ ਹੁੰਨੇ ਆ ਜੀ, ਫਿਰ ਅਸੀਂ ਪਰਿਵਾਰਾਂ ਤੋਂ ਦੂਰ ਹੁੰਨੇ ਆ, ਤੇ ਜਿਹੜੇ ਨਾਲ ਦੇ ਦੂਸਰੇ ਰਾਗੀ ਜਥੇ, ਜਿੱਦਾਂ ਸਾਡੇ ਕੋਲ ਉੱਥੇ ਵੈਸਟ ਸੈਕਰਾਮੈਂਟੋ ਕਾਫੀ ਰਾਗੀ ਸਿੰਘ ਹੈਗੇ ਸੀ, ਤੇ ਜਿਨ੍ਹਾਂ ਵਿੱਚ ਭਾਈ ਸਰਬਜੀਤ ਸਿੰਘ ਜੀ ਲਾਡੀ ਜੀ, ਹਾਂਜੀ, ਉਹ ਵੀ ਸਾਡੇ ਨਾਲ ਉੱਥੇ ਇਕੱਠੇ ਰਹੇ। ਸੋ ਇਦਾਂ ਇੱਕ ਦੂਜੇ ਦਾ ਸਹਿਯੋਗ ਜਿਹਦੇ ਨਾਲ ਮਿਲਦਾ ਰਿਹਾ। ਹਾਂਜੀ। ਸੋ ਭਾਈ ਸਾਹਿਬ ਜੀ, ਜਦੋਂ ਤੁਸੀਂ ਕੀਰਤਨ ਸ਼ੁਰੂ ਕੀਤਾ ਉਸ ਟਾਈਮ ਤੇ ਕੀਰਤਨ ਦੀ ਸ਼ੈਲੀ ਤੇ ਸੰਗਤਾਂ ਦਾ ਜੋ ਪ੍ਰਭਾਵ ਸੀਗਾ ਬਣਦਾ ਕੀਰਤਨ ਤੇ, ਉਹ ਕਿਵੇਂ ਦਾ ਸੀਗਾ? ਜਿਹੜਾ ਪੁਰਾਤਨ ਕੀਰਤਨ ਸੀ ਉਹ ਪੁਰਾਤਨ ਰੀਤਾਂ ਦੇ ਉੱਤੇ ਆਧਾਰਿਤ ਹੁੰਦਾ ਸੀ, ਤੇ ਰਾਗਾਂ ਦੇ ਵਿੱਚ ਕੀਰਤਨ ਜ਼ਿਆਦਾ ਹੁੰਦਾ ਸੀ ਜੀ। ਰਾਗ ਪ੍ਰਧਾਨ ਵੀ ਹੁੰਦਾ ਸੀ, ਗੁਰਬਾਣੀ ਪ੍ਰਧਾਨ ਤੇ ਹੁੰਦਾ ਸੀ, ਪਰ ਉਹ ਕਲਾਸੀਕਲ ਕੀਰਤਨ ਸੈਮੀ ਕਲਾਸੀਕਲ ਹੁੰਦਾ ਸੀ ਕੀਰਤਨ। ਜਿਹੜਾ ਅੱਜ ਕੱਲ ਉਹ ਹੁਣ ਸ਼ੈਲੀ ਜਿਹੜੀ ਨਾ ਖਤਮ ਹੁੰਦੀ ਜਾ ਰਹੀ ਹੈ। ਸੋ ਮੈਂ ਤੇ ਇਹੀ ਬੇਨਤੀ ਕਰਾਂਗਾ ਰਾਗੀ ਸਿੰਘਾਂ ਨੂੰ ਵੀ ਉਸ ਸ਼ੈਲੀ ਨੂੰ ਵੀ ਨਾ ਛੱਡਣ। ਪੁਰਾਤਨ ਸ਼ੈਲੀ ਜਿਹੜੀ ਹੈਗੀ ਆ, ਜਿਹੜੀ ਪੁਰਾਤਨ ਰੀਤਾਂ ਸੀ, ਜਿੱਦਾਂ ਭਾਈ ਬਖਸ਼ੀਸ਼ ਸਿੰਘ ਜੀ ਹੁੰਦੇ ਸੀ ਤੇ ਪ੍ਰਿੰਸੀਪਲ ਬਲਦੇਵ ਸਿੰਘ ਜੀ, ਉਹਨਾਂ ਦੀ ਕੀਰਤਨ ਸ਼ੈਲੀ, ਤੇ ਇਹੋ ਜਿਹੀ ਜਿਹੜੀ ਸ਼ੈਲੀ ਹੈ ਨਾ, ਇਹਨੂੰ ਬਰਕਰਾਰ ਰੱਖਣਾ ਚਾਹੀਦਾ, ਇਹਨਾਂ ਨੂੰ ਛੱਡਣਾ ਨਹੀਂ ਚਾਹੀਦਾ। ਸੋ ਅੱਜ ਦੇ ਜਿਹੜੇ ਯੂਥ ਜਿਹੜਾ ਅੱਜ ਕੀਰਤਨ ਦੇ ਵਿੱਚ ਫੀਲਡ ਦੇ ਵਿੱਚ ਆ ਰਿਹਾ, ਉਹਨਾਂ ਨੂੰ ਤੁਸੀਂ ਇੱਕ ਕੀ ਮੈਸੇਜ ਦੇਣਾ ਚਾਹੋਗੇ ਜਿਹਦੇ ਨਾਲ ਉਹ ਤੁਹਾਡੇ ਐਕਸਪੀਰੀਅੰਸ ਤੋਂ ਕੁਝ ਸਿੱਖ ਸਕਣ? ਹਾਂਜੀ, ਮੈਸੇਜ ਤੇ ਮੈਂ ਕੀ ਦੇ ਸਕਦਾ ਕਿਸੇ ਨੂੰ, ਸਾਰੇ ਅੱਜ ਕੱਲ੍ਹ ਬਹੁਤ ਸਿਆਣੇ ਨੇ, ਪਰ ਜਿਹੜੀ ਪੁਰਾਤਨ ਕੀਰਤਨ ਸ਼ੈਲੀ ਸੀ, ਮੈਂ ਸਮੂਹ ਰਾਗੀ ਸਿੰਘਾਂ ਨੂੰ ਬੇਨਤੀ ਕਰਾਂਗਾ ਕਿ ਉਸ ਨੂੰ ਨਹੀਂ ਛੱਡਣਾ ਚਾਹੀਦਾ। ਜਿਸ ਤਰ੍ਹਾਂ ਕਿ ਭਾਈ ਬਖਸ਼ੀਸ਼ ਸਿੰਘ ਜੀ, ਭਾਈ ਨਿਰਮਲ ਸਿੰਘ ਜੀ ਖਾਲਸਾ ਜਿਹੜੇ, ਤੇ ਪ੍ਰਿੰਸੀਪਲ ਬਲਦੇਵ ਸਿੰਘ ਜੀ, ਜਿਹੜੇ ਪੁਰਾਤਨ ਰਾਗੀ ਹੋਏ ਨੇ, ਉਹ ਸ਼ੈਲੀ ਜਿਹੜੀ ਹੈ ਅੱਜ ਕੱਲ੍ਹ ਖਤਮ ਹੁੰਦੀ ਦਿਖ ਰਹੀ ਹੈ, ਪਰ ਇਹੀ ਕੀਰਤਨ ਦਾ ਬੇਸ ਹੈ। ਜਿਹੜੀ ਸ਼ੈਲੀ ਹੈ, ਇਸ ਨੂੰ ਨਹੀਂ ਛੱਡਣਾ ਚਾਹੀਦਾ। ਚਲੋ ਅੱਗੇ ਤੋਂ ਅੱਗੇ ਥੋੜਾ ਚੇਂਜ ਆਉਂਦਾ, ਪਰ ਇੱਕ ਬੇਸ ਹੁੰਦਾ ਕੀਰਤਨ ਦਾ ਜਿਹੜਾ, ਹਾਂਜੀ, ਉਸ ਨੂੰ ਨਹੀਂ ਛੱਡਣਾ ਚਾਹੀਦਾ। ਕਲਾਸੀਕਲ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਿਰਧਾਰਤ ਰਾਗ ਨੇ, ਉਹਨਾਂ ਨੂੰ ਬੇਸ ਰੱਖ ਕੇ ਗੁਰਬਾਣੀ ਪ੍ਰਧਾਨ ਕੀਰਤਨ ਹੋਣਾ ਚਾਹੀਦਾ। ਜੀ, ਬਹੁਤ ਸੋਹਣਾ ਮੈਸੇਜ ਅੱਜ ਦੇ ਯੂਥ ਨੂੰ ਦਿੱਤਾ ਕਿ ਰਾਗਾਂ ਨੂੰ ਵੀ ਤਵੱਜੋ ਦੇਣੀ ਚਾਹੀਦੀ ਹੈ, ਲੇਕਿਨ ਗੁਰਬਾਣੀ ਨੂੰ ਆਪਾਂ ਮੁੱਖ ਰੱਖ ਕੇ ਇੱਕ ਰਾਗ ਦੇ ਵਿੱਚ ਜਿਵੇਂ ਮੋਤੀ ਪਰੋਈਦੇ ਨੇ ਮਾਲਾ 'ਚ, ਉਵੇਂ ਪਰੋ ਕੇ ਸੰਗਤਾਂ ਦੇ ਸਾਹਮਣੇ ਰੱਖਣਾ ਚਾਹੀਦਾ। ਸੋ ਲਾਸਟ ਤੇ ਭਾਈ ਜਸਪਾਲ ਸਿੰਘ ਜੀ ਸਾਰੰਗ, ਇਹਨਾਂ ਤੋਂ ਅਸੀਂ ਟਰੂ ਪ੍ਰਮੋਸ਼ਨ ਚੈਨਲ ਬਾਰੇ ਮੈਸੇਜ ਲੈਣਾ ਚਾਹਾਂਗੇ ਕਿ ਸਾਡੇ ਚੈਨਲ ਬਾਰੇ ਭਾਈ ਸਾਹਿਬ ਦੇ ਕੀ ਵਿਊ ਨੇ? ਬੜਾ ਹੀ ਮੈਨੂੰ ਖੁਸ਼ੀ ਹੋਈ ਜਦੋਂ ਮੈਨੂੰ ਪਤਾ ਲੱਗਾ ਕਿ ਹਰਜੋਤ ਸਿੰਘ ਹੁਣੀ ਇਸ ਚੈਨਲ ਦੇ ਉੱਪਰ ਕਾਫੀ ਅੱਛੇ ਰਾਗੀ ਸਿੰਘਾਂ ਦਾ ਮਤਲਬ ਇੰਟਰਵਿਊ ਕਰ ਰਹੇ ਨੇ। ਸੋ ਮੇਰੀ ਤੇ ਇਹੀ ਇੱਛਾ ਹੈ, ਦਿਲੀ ਇੱਛਾ ਹੈ ਵੀ ਇਸ ਚੈਨਲ ਨੂੰ ਸਤਿਗੁਰੂ ਜੀ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਤੇ ਭਾਈ ਹਰਜੋਤ ਸਿੰਘ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਧੰਨਵਾਦ ਕਰਦੇ ਹਾਂ ਭਾਈ ਜਸਪਾਲ ਸਿੰਘ ਜੀ ਸਾਰੰਗ, USA ਵਾਲੇ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਚੈਨਲ ਵਾਸਤੇ ਇੰਟਰਵਿਊ ਲਈ ਹਾਂ ਕੀਤੀ ਤੇ ਟਾਈਮ ਦਿੱਤਾ। ਅਸੀਂ ਬਹੁਤ ਬਹੁਤ ਧੰਨਵਾਦੀ ਹਾਂ। ਸੋ ਇਵੇਂ ਹੀ ਬਹੁਤ ਹੀ ਸੁਚੱਜੇ ਤੇ ਸੂਝਵਾਨ ਰਾਗੀ ਸਿੰਘਾਂ ਨਾਲ ਤੁਹਾਨੂੰ ਰੂਬਰੂ ਕਰਾਉਂਦੇ ਰਵਾਂਗੇ। ਲਾਸਟ ਤੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।